मिठै मख मोआ क्यों ले उडारी। हस्ती गर्त पया क्यों तरिए तारी। तरन दुहेला भया खिन में खसम चित न आयो। दुखा सजाई गणत नाही किया अपना पायो। गुज्जा कमाना प्रगट होआ ईत उतै खुआरी। नानक सतगुर बाज मूठा मनमुखो अहंकारी। हर के दास जीवे लग प्रभ की चरनी। कंठ लगाए लिए तिस ठाकुर शरणी। बल बुद्ध ज्ञान ध्यान अपना आप नाम जपाया। साध संगत आप होआ आप जगत तराया। राख लिए रखन हारै सदा निर्मल करनी। नानक नरक न जाहि कबू हर संत हर की शरणी। वाहिगुरु जी का खालसा वाहिगुरु जी की फतेह। इस छंद ਦੇ 4 ਪਦੇ ਹਨ। 2 ਦੀ ਵਿਚਾਰ ਪਹਿਲਾਂ ਕੀਤੀ ਜਾ ਚੁੱਕੀ ਹੈ। ਰਹਿੰਦੇ ਦੋਆਂ ਦੀ ਵਿਚਾਰ ਹੁਣ ਫਿਰ ਕਰਾਂਗੇ। ਗੁਰੂ ਪਾਤਸ਼ਾਹ ਨੇ ਸਾਡੇ ਵਰਗੇ ਮੂਰਖ ਜੀਵਾਂ ਨੂੰ ਸਮਝਾਉਣ ਲਈ ਸਾਡੀ ਨਿਤ ਜ਼ਿੰਦਗੀ ਵਿੱਚ ਵਾਪਰਨ ਵਾਲੀਆਂ ਗੱਲਾਂ ਦੀ ਮਿਸਾਲ ਦੇ ਕੇ ਸਮਝਾਇਆ। ਇਹਦਾ ਮਤਲਬ ਹੈ ਕਿ ਸਾਨੂੰ ਛੇਤੀ ਸਮਝ ਆ ਜਾ। ਜੇ ਕਿਸੇ ਸਤਵੇਂ ਆਕਾਸ਼ ਦੀਆਂ ਮਿਸਾਲਾਂ ਦਿੱਤੀਆਂ ਜਾਣ ਉਹ ਨਹੀਂ ਸਮਝਾਉਣਗੇ। ਜਿਹੜੀਆਂ ਚੀਜ਼ਾਂ ਅਸੀਂ ਰੋਜ਼ ਆਪਣੇ ਸਾਹਮਣੇ ਅੱਖਾਂ ਨਾਲ ਵਰਤੀਂਦੀਆਂ ਦੇਖਦੇ ਹਾਂ ਉਹ ਦੇਖ ਕੇ ਸਾਨੂੰ ਸਮਝ ਆ ਜਾ। ਹੁਣ ਪਾਤਸ਼ਾਹ ਇੱਕ ਮਿਸਾਲ ਹੋਰ ਦਿੰਦੇ। ਮਿੱਠੈ ਮੱਖ ਮੋਆ। ਮਿੱਠਾ ਵੀ ਜਾਣਦੇ ਆ ਤੇ ਮੱਖ ਮੱਖੀ ਵੀ ਜਾਣਦੇ। ਆਖਿਆ ਜਿਵੇਂ ਗੁੜ ਆਦਿਕ ਮਿੱਠੇ ਉੱਤੇ ਬੈਠ ਕੇ ਮੱਖੀ ਉਹਦੇ ਖਾਣ ਦਾ ਲਾਲਚ ਕਰਦੀ ਤੇ ਉਹਦੇ ਵਿੱਚ ਉਹਦੇ ਖੰਭ ਫਸ ਜਾਂਦੇ। ਜਿਉਂ-ਜਿਉਂ ਉਹਦੇ ਖੰਭ ਫਸਦੇ ਨੇ ਉਹਦੀ ਉੱਡਣ ਦੀ ਸ਼ਕਤੀ ਖਤਮ ਹੋ ਜਾਂਦੀ। ਹੁਣ ਆਪਾਂ ਗੁੜ ਵੀ ਵੇਖਿਆ ਤੇ ਗੁੜ ਤੇ ਬੈਠੀਆਂ ਮੱਖੀਆਂ ਵੀ ਦੇਖੀਆਂ ਤੇ ਅਸੀਂ ਆਮ ਇਹ ਮੁਹਾਵਰਾ ਵੀ ਵਰਤਦੇ ਹਾਂ। ਉਹ ਜੀ ਜਿੱਥੇ ਗੁੜ ਹੋਵੇ ਉੱਥੇ ਮੱਖੀਆਂ ਆ ਹੀ ਜਾਂਦੀਆਂ। ਗੁਰਦੇਵ ਨੇ ਤੇ ਐਸੀ ਮਿਸਾਲ ਦਿੱਤੀ ਹੈ। ਮਿੱਠੈ ਮੱਖ ਮੋਆ। ਮਿੱਠੇ ਦੇ ਠੱਠੇ ਨੂੰ 2 ਲਾਵਣ। ਜਿਵੇਂ ਮਿੱਠੇ ਉੱਤੇ ਮੱਖੀ ਮਰ ਜਾਂਦੀ ਕਿਉਂ ਲਏ ਉਡਾਰੀ। ਹੁਣ ਦੇਖੋ ਕਮਾਲ ਦੀ ਗੱਲ ਹੈ ਕਿ ਇੱਥੇ ਊੜੇ ਦਾ ਮੂੰਹ ਖੁੱਲ੍ਹਾ ਹੈ। ਇਹ ਹੋੜੇ ਦੀ ਆਵਾਜ਼ ਦਾ ਹੈ। ਇਹ ਸਾਰੀ ਗੁਰਬਾਣੀ ਦੀ ਲਿਖਣ ਸ਼ੈਲੀ ਵਿੱਚ ਨਿਯਮ ਹੈ। ਕਿਉਂਕਿ ਊੜੇ ਤੇ ਹੋੜਾ ਨਹੀਂ ਲੱਗਦਾ ਤਾਂ ਹੋੜੇ ਦੀ ਆਵਾਜ਼ ਊੜੇ ਤੇ ਲਾਗੂ ਕਰਨ ਲਈ ਉਹਦਾ ਮੂੰਹ ਖੋਲ੍ਹ ਦਿੱਤਾ। ਕਿਉਂ ਲਏ ਉਡਾਰੀ। ਦੇਖ ਲਓ ਜਿਹੜੀ ਮੱਖੀ ਗੁੜ ਤੇ ਇੱਕ ਵਾਰੀ ਬਹਿ ਕੇ ਚਿਪਕ ਜਾਏ ਫਸ ਜਾਏ ਫਿਰ ਉੱਡ ਨਹੀਂ ਸਕਦੀ। ਉਸ ਵਿਚਾਰੀ ਨੂੰ ਉੱਥੇ ਹੀ ਮਰਨਾ ਪੈਂਦਾ। ਇੱਕ ਮਿਸਾਲ ਹੈ। ਜਿਸ ਮਿਸਾਲ ਨੂੰ ਸੁਣ ਕੇ ਸਮਝ ਆਈ ਤੇ ਇਸ ਤਰ੍ਹਾਂ ਕਦੇ ਵੀ ਚਿਪਕਣ ਦਾ ਫਸਣ ਦਾ ਯਤਨ ਨਾ ਕਰੇ। ਹਸਤੀ ਗਰਤ ਪਿਆ ਕਿਉਂ ਤਰੀਐ ਤਾਰੀ। ਹਸਤੀ ਕਹਿੰਦੇ ਹਾਥੀ ਨੂੰ।
ਸਾਰੇ ਜਾਨਵਰਾਂ ਵਿੱਚੋਂ ਹਾਥੀ ਆਕਾਰ ਕਰਕੇ ਬਹੁਤ ਵੱਡਾ ਤੇ ਤਾਕਤ ਕਰਕੇ ਵੀ ਬਹੁਤ ਵੱਡਾ। ਪਰ ਜਿਹੜੇ ਹਾਥੀ ਨੂੰ ਫੜਨ ਵਾਲੇ ਸ਼ਿਕਾਰੀ ਨੇ ਉਹਨਾਂ ਦਾ ਵੀ ਦਿਮਾਗ ਬੜਾ ਚਲਾਕ ਹੈ। ਉਹਨਾਂ ਨੇ ਏਡੇ ਵੱਡੇ ਸ਼ਕਤਸ਼ਾਲੀ ਹਾਥੀ ਨੂੰ ਫੜਨ ਲਈ ਇੱਕ ਵਿਉਂਤ ਕੱਢੀ ਹੈ। ਉਹ ਜੰਗਲ ਵਿੱਚ ਜਾ ਕੇ ਇੱਕ ਡੂੰਘਾ ਟੋਆ ਪੱਟਦੇ, ਉਸ ਟੋਏ ਦੇ ਉੱਤੇ ਕੱਖਾਂ ਕਾਨਾਂ ਦਾ ਛੱਤ ਪਾਉਂਦੇ, ਉਹਦੇ ਉੱਤੇ ਕਾਗਜ਼ ਦੀ ਬਣੀ ਹੋਈ ਹੱਥਣੀ ਖੜੀ ਕਰ। ਬੜੀ ਵਾਰੀ ਬਾਣੀ 'ਚ ਮਿਸਾਲ ਆਈ, ਕਾਲ ਬੂਤ ਕੀ ਹਸਤਨੀ ਚਲਤ ਰਚਿਓ ਜਗਦੀਸ਼, ਕਾਮ ਸਵਾਏ ਗਜ ਬਸ ਪਰੇ ਮਨ ਬੌਰਾ ਰੇ ਅੰਕਸ ਸਹਿਓ ਸੀ। ਹਾਥੀ ਵਿੱਚ ਇੱਕ ਕਮਜ਼ੋਰੀ ਹੈ, ਉਹਨੂੰ ਕਾਮ ਦਾ ਦੋਸ਼ ਹੈ। ਜਦੋਂ ਉਹ ਦੇਖਦਾ ਹੈ ਸਾਹਮਣੇ ਕਾਗਜ਼ਾਂ ਦੀ ਬਣੀ ਹੱਥਣੀ ਨੂੰ, ਉਹ ਅੰਨ੍ਹੇਵਾਹ ਦੌੜ ਕੇ ਆਉਂਦਾ ਤੇ ਉਹ ਜਿਹੜਾ ਕੱਖਾਂ ਕਾਨਿਆਂ ਦਾ ਬਣਿਆ ਛੱਤ ਹੈ ਉਹਦੇ ਭਾਰ ਨੂੰ ਨਹੀਂ ਸਹਿ ਸਕਦਾ ਤੇ ਬਿਨਾਂ ਕਿਸੇ ਦੇਰੀ ਤੇ ਉਸ ਖੱਡੇ ਵਿੱਚ, ਉਸ ਟੋਏ ਵਿੱਚ ਡਿੱਗ ਪਏ, ਜਿਹਨੂੰ ਗਰਤ ਕਿਹਾ। ਹਸਤੀ ਗਰਤ ਪਿਆ। ਹੁਣ ਫਿਰ ਜੋ ਉਸ ਹਾਥੀ ਦਾ ਹਾਲ ਹੁੰਦਾ ਉਹ ਤੁਸੀਂ ਨਿੱਤ ਵੇਖਦੇ ਹੋ। ਸਰਕਸਾਂ ਵਿੱਚ ਹਾਥੀ ਤੋਂ ਕੀ ਕੰਮ ਲੈ ਜਾਂਦੇ। ਆ ਜਿਹੜੇ ਸਾਧੂ ਸੰਤ ਹਾਥੀ ਫੜੀ ਫਿਰਦੇ, ਉਹਦੇ ਸਿਰ ਤੇ ਇੱਕ ਮਹਾਵਤ ਬੈਠਾ ਹੈ, ਕੁੰਡਾ ਲੈ ਕੇ, ਅੰਕਸ ਲੈ ਕੇ। ਫਿਰ ਗਲੀਆਂ 'ਚ ਭੀਖ ਮੰਗਦੇ, ਬੱਚਿਆਂ ਨੂੰ ਚੜਾਉਂਦੇ, ਪਤਾ ਨਹੀਂ ਕੀ ਤਮਾਸ਼ੇ ਕਰ। ਗੱਲ ਤਾਂ ਸਮਝਣ ਵਾਲੀ ਹੈ। ਹਸਤੀ ਗਰਤ ਪਿਆ ਕਿਉਂ ਤਰੀਐ ਤਾਰੀ। ਉਹ ਹੁਣ ਟੋਏ ਵਿੱਚ ਡਿੱਗਾ ਹਾਥੀ ਜਿਹੜਾ ਉਹ ਕਿਵੇਂ ਤਰ ਸਕਦਾ, ਕਿਵੇਂ ਨਿਕਲ ਸਕਦਾ? ਭਾਵ ਨਹੀਂ ਨਿਕਲ ਸਕਦਾ। ਸੱਚਮੁੱਚ ਸਾਡੀ ਵੀ ਇਹੋ ਹਾਲਤ। ਪਾਤਸ਼ਾਹ ਕਹਿੰਦੇ ਤਰਨ ਦੁਹੇਲਾ ਭਇਆ ਖਿਨ ਮੈਂ ਖਸਮ ਚਿਤ ਨਾ ਆਇਓ। ਇਸੇ ਤਰ੍ਹਾਂ ਇਸ ਜੀਵ ਦਾ ਵੀ ਇਸ ਸੰਸਾਰ ਸਾਗਰ ਤੋਂ ਤਰਨਾ ਦੁਹੇਲਾ ਔਖਾ। ਫਸ ਗਿਆ, ਮਿੱਠਾ ਜਾਣ ਕੇ ਫਸਿਆ, ਕਾਮ ਦੇ ਅਧੀਨ ਫਸਿਆ, ਕ੍ਰੋਧ ਦੇ ਅਧੀਨ ਫਸ ਗਿਆ। ਹੁਣ ਫਸੇ ਹੋਏ ਨੂੰ ਉੱਥੋਂ ਨਿਕਲਣਾ ਬੜਾ ਮੁਸ਼ਕਿਲ, ਆਪਣੇ ਆਪ ਨਹੀਂ ਨਿਕਲ ਸਕਦਾ। ਤਰਨ ਦੁਹੇਲਾ ਭਇਆ ਖਿਨ ਮੈਂ, ਬਹੁਤੀ ਦੇਰ ਨਹੀਂ ਲੱਗੀ। ਅੱਖ ਦੇ ਫਰਕਣ ਵਿੱਚ ਖਿਨ ਜਿਹੜਾ ਥੋੜੇ ਸਮੇਂ। ਮੱਖੀ ਮਿੱਠੇ ਤੇ ਬੈਠੀ ਫਸ ਗਈ, ਹਾਥੀ ਕਾਮ ਦੇ ਅਧੀਨ ਹੋ ਕੇ ਟੋਏ 'ਚ ਡਿੱਗ ਪਏ। ਬੰਦੇ ਦੀ ਇਹੋ ਹੀ ਹਾਲਤ। ਇਹਨਾਂ ਪਦਾਰਥਾਂ ਦੇ ਮੋਹ ਵਿੱਚ ਫਸ ਜਾਂਦਾ। ਚੰਗੇ ਲੱਗਦੇ ਨੇ, ਮਿੱਠੇ ਲੱਗਦੇ ਨੇ, ਪਿਆਰੇ ਲੱਗਦੇ ਨੇ, ਫਸ ਜਾਂਦਾ। ਬਸ ਫਿਰ ਇੱਕ ਵਾਰੀ ਫਸ ਜਾਏ। ਤਰਨ ਦੁਹੇਲਾ ਭਇਆ ਖਿਨ ਮੈਂ, ਹੁਣ ਬੜਾ ਔਖਾ। ਖਸਮ ਚਿਤ ਨਾ ਆਇਓ, ਚਿੱਤ ਦੇ ਤੱਤੇ ਨੂੰ ਸਿਆਰੀ। ਮਾਲਕ ਦੀ ਯਾਦ ਕਰਨ ਦਾ ਟਾਈਮ ਹੀ ਨਹੀਂ ਹੈਗਾ। ਕਿਸੇ ਨੂੰ ਪੁੱਛ ਕੇ ਵੇਖੋ, ਪ੍ਰੇਰ ਕੇ ਵੇਖੋ। ਨਹੀਂ ਜੀ ਸਾਡੇ ਕੋਲ ਟਾਈਮ ਨਹੀਂ ਹੈ, ਸਾਡੇ ਕੋਲ ਇਤਨਾ ਸਮਾਂ ਨਹੀਂ ਹੈਗਾ ਕਿ ਅਸੀਂ ਗੁਰਦੁਆਰੇ ਜਾ ਕੇ ਬੈਠੀਏ, ਸਤਸੰਗ ਕਰੀਏ, ਕੀਰਤਨ ਕਰੀਏ। ਨਤੀਜਾ ਫਿਰ ਕੀ ਨਿਕਲੇ? ਦੁਖਾ ਸਜਾਈ ਗਣਤ ਨਾਹੀ, ਕੀਆ ਆਪਣਾ ਪਾਇਓ। ਫਿਰ ਕਿੰਨੇ ਕੁ ਦੁੱਖ ਆਉਣਗੇ, ਕਿੰਨੀਆਂ ਸਜ਼ਾਵਾਂ ਮਿਲਣਗੀਆਂ, ਗਣਤ ਨਹੀਂ। ਇਹਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਵਿਕਾਰਾਂ ਦੇ ਟੋਏ ਵਿੱਚ ਡਿੱਗੇ ਹੋਏ ਮਨੁੱਖ ਨੂੰ ਫਿਰ ਕਿੰਨਾ ਕੁ ਦੁੱਖ ਸਹਿਣਾ ਪੈਂਦਾ। ਗੁੜ ਦੀ ਮਿਠਾਸ ਤੇ ਫਸੀ ਮੱਖੀ ਦਾ ਅੰਤ ਕੀ ਹੁੰਦਾ? ਕਹਿੰਦੇ ਦੁੱਖਾਂ ਸਜਾਈ ਗਣਤ ਨਾਹੀ,
ਕੀਆ ਆਪਣਾ ਪਾਇਓ, ਆਪਣੇ ਕੀਤੇ ਦਾ ਫਲ ਆਪ ਹੀ ਭੁਗਤ। ਨਾ ਮੱਖੀ ਨੂੰ ਕਿਸੇ ਨੇ ਕਿਹਾ ਸੀ, ਦੱਸਿਆ ਸੀ, ਆਪ ਹੀ ਆਈ ਤੇ ਫਸੀ। ਹਾਥੀ ਨੂੰ ਕਿਸੇ ਨੇ ਸੱਦਾ ਨਹੀਂ ਦਿੱਤਾ, ਉਹ ਆਪ ਹੀ ਕਾਮਬਸ ਹੋ ਕੇ ਆਇਆ ਤੇ ਟੋਏ ਵਿੱਚ ਡਿੱਗਿਆ। ਫਿਰ ਪਾਤਸ਼ਾਹ ਕਹਿੰਦੇ ਨੇ ਗੁੱਜਾ ਕਮਾਣਾ ਪ੍ਰਗਟ ਹੋਆ। ਕਈ ਵਾਰੀ ਅਸੀਂ ਆਪਣੀ ਚਤੁਰਾਈ ਨਾਲ ਕਈ ਕੰਮ ਲੁਕੋ ਕੇ ਛਪੋ ਕੇ ਕਰਦੇ, ਬਈ ਕਿਸੇ ਨੂੰ ਪਤਾ ਨਾ ਲੱਗ ਜਾ, ਪਰ ਉਸ ਵਾਹਿਗੁਰੂ ਨੂੰ ਤੇ ਸਭ ਪਤਾ। ਹੁਣ ਨਤੀਜਾ ਕੀ ਨਿਕਲੇਗਾ? ਗੁੱਜਾ ਕਮਾਣਾ, ਉਹ ਜਿਹੜਾ ਲੁਕੋ ਕੇ ਕੀਤਾ ਸੀ, ਪਰਦੇ ਵਿੱਚ ਕੀਤਾ ਸੀ, ਬਈ ਕਿਸੇ ਨੂੰ ਪਤਾ ਨਾ ਲੱਗ ਜਾਏ। ਬਾਣੀ ਵਿੱਚ ਸਭ ਕੁਝ ਲਿਖਿਆ। ਦੇ ਕਿਵਾੜ ਅਨਕ ਪੜਦੇ ਮੈਂ, ਪਰਦਾਰਾ ਸੰਗ ਫਾਕੇ, ਚਿਤਰ ਗੁਪਤ ਜਬ ਲੇਖਾ ਮੰਗੇ, ਤਬ ਕੌਣ ਪੜਦਾ ਤੇਰਾ ਢਾਕੇ। ਅਨਕ ਪੜਦੇ ਮੈਂ ਕਮਾਵੇ ਵਿਕਾਰ, ਖਿਨ ਮੈਂ ਪ੍ਰਗਟ ਹੋਏ ਸੰਸਾਰ। ਉੱਥੇ ਤਾਂ ਗੁੱਜਾ ਕਮਾਣਾ, ਜਿਹੜਾ ਲੁਕੋ ਕੇ ਛਿਪ ਕੇ ਕੀਤਾ ਸੀ, ਉਹ ਵੀ ਪ੍ਰਗਟ ਹੋ ਗਿਆ। ਭਾਵ ਉੱਤੇ ਲਿਖਿਆ ਹੋਇਆ ਸਾਰਾ। ਭਗਤ ਕਬੀਰ ਜੀ ਇਸੇ ਲਈ ਕਹਿੰਦੇ ਨੇ, ਪਿਆਰਿਆ ਮਨ ਰਾਮ ਸਿਮਰ ਪਛਤਾਏਗਾ, ਪਾਪੀ ਜੀਰਾ ਲੋਭ ਕਰਤ ਹੈ, ਆਜ ਕਾਲ ਉਠ ਜਾਏਗਾ। ਧਰਮ ਰਾਏ ਜਬ ਲੇਖਾ मांगे, क्या मुख लेके जाएगा। सिमरन भजन दया नहीं कीनी, तो मुख चोटा खाएगा। गुज्जा कमाना प्रगट हुआ, ईत उतै खुआरी। इत्थे भी खुआरी सही ते उत्थे भी खुआर है। नानक सतगुर बाज मूठा, मनमुखो अहंकारी। नानक जी फरमांदे ने, सतगुरु की संगत कीते तो बिना, सतगुरु की दिती सिक्ख्या नूं मन्ने तो बिना ये जीव ठगिया जाता है, जिहड़ा मन दे पिछे तुरदा ते अहंकार करके गल सुनदा नहीं। आंदा मैनूं सब पता, मैनूं सब पता, मैनूं सुनन की लोड़ ही नहीं, मैं सब जानदा। ये इहदा अहंकार है, इहदी मनमुखता। मिठै मख मोआ, क्यों लए उडारी। हस्ती गर्त पया, क्यों तरिए तारी। तरन दुहेला पया खिन में, खसम चित न आयो। दुखा सजाई गणत नाई, किया अपना पायो। गुज्जा कमाना प्रगट होआ, ईत उतै खुआरी। नानक सतगुर बाज मूठा, मनमुखो अहंकारी। हुण चौथे पद विच निचोड़ कढ़दे, जो कुछ गुरु पातशाह दसना चाहते ने वो चौथे पद। ये सब सानू सिक्ख्यावां दित्तियां। आख्या हर के दास जीवे, लग प्रभ की चरनी। जेड़े हरि दे दास ने, सेवक ने, उदा नाम जपण वाले ने, गुरमुख ने, संत ने। हर के दास जीवे, लग प्रभ की चरनी। लगदे गगे नूं सियारी, जिन्हां ने प्रभु के चरनां नाल प्रीत पाई, जिन्हां ने प्रभु के चरनां दा आसरा तकिया, जिन्हां ने सतसंगत कीती है, जिन्हां ने प्रभु का नाम जपिया। हर के दास जीवे, लग प्रभ की चरनी। कंठ लगाए लिए, तिस ठाकुर शरणी। कंठ लगाए लिए, कंठ दे ठट्ठे नूं सियारी, उन्हां नूं अपने गले नाल ला लिया। जिन्हों आपां बहुत प्यार करिए, उन्होंने अपनी गलवकड़ी विच लै लेना। सचमुच सिद्ध बाणी विच महाराज ने समझाया, वो मालक कितना समर्थ है। चतुर दिशा कीनो बल अपना, सिर ऊपर कर धारे हो। आख्या जिन्हां ते फिर तुठ पैंदा,
ਉਹਨਾਂ ਦੇ ਸਿਰ ਤੇ ਆਪਣੀ ਮਿਹਰ ਦਾ ਹੱਥ ਰੱਖ। ਚਤੁਰ ਦਿਸ਼ਾ ਕੀਨੋ ਬਲੇ ਆਪਣਾ ਸਿਰ ਉੱਪਰ ਕਰ ਧਾਰਿਓ। ਉਹ ਪਰਮਾਤਮਾ ਜਿਹਦਾ ਬਲ ਚੌਂ ਦਿਸ਼ਾ ਵਿੱਚ, ਉਹ ਫਿਰ ਉਹਨਾਂ ਦੇ ਸਿਰ ਤੇ ਆਪਣੀ ਰਹਿਮਤ ਦਾ ਹੱਥ। ਕੰਠ ਲਗਾਏ ਅਵਗੁਣ ਸਭ ਮੇਟੇ, ਆਖਿਆ ਉਹਨਾਂ ਨੂੰ ਆਪਣੀ ਗਲਵਕੜੀ ਵਿੱਚ ਲੈ ਲੈ, ਉਹਨਾਂ ਦੇ ਪਿਛਲੇ ਕੀਤੇ ਹੋਏ ਅਵਗੁਣ ਵੀ ਖਤਮ ਹੋ ਜਾਂਦੇ। ਹਰ ਕੇ ਦਾਸ ਜੀਵੇ ਲਗ ਪ੍ਰਭ ਕੀ ਚਰਨੀ, ਕੰਠ ਲਗਾਏ ਲੀਏ ਤਿਸ ਠਾਕੁਰ ਸ਼ਰਣੀ। ਉਸ ਠਾਕੁਰ ਨੇ ਜਿਹੜੇ ਉਹਦੇ ਸ਼ਰਨ ਵਿੱਚ ਆ ਗਏ ਉਹਨਾਂ ਨੂੰ ਗਲੇ ਲਾ ਲਿਆ, ਤੇ ਜਿਨ੍ਹਾਂ ਨੂੰ ਮਾਲਕ ਨੇ ਗਲੇ ਲਾ ਲਿਆ, ਕੰਠ ਲਾਏ ਅਵਗੁਣ ਸਭ ਮੇਟੇ, ਦਇਆਲ ਪੁਰਖ ਬਖਸ਼ਨ। ਇਤਨਾ ਦਿਆਲੂ ਹੈ। ਫਿਰ ਜਿਨ੍ਹਾਂ ਨੂੰ ਆਪਣੇ ਗਲ ਲਾ ਲੈਂਦਾ, ਉਹਨਾਂ ਨੂੰ ਸਾਰੀਆਂ ਸ਼ਕਤੀਆਂ ਬਖਸ਼ਦਾ। ਬਲ ਬੁੱਧ ਗਿਆਨ ਧਿਆਨ ਆਪਣਾ ਆਪ ਨਾਮ ਜਪਾਇਆ। ਉਹਨਾਂ ਨੂੰ ਬਲ ਆਤਮਿਕ ਸ਼ਕਤੀ ਵੀ ਦਿੰਦਾ, ਉਹਨਾਂ ਬੁੱਧੀ ਵਿੱਚ ਗਿਆਨ ਵੀ ਦਿੰਦਾ, ਉਹਨਾਂ ਦਾ ਧਿਆਨ ਵੀ ਆਪਣੇ ਵੱਲ ਲਾ ਲੈਂਦਾ, ਤੇ ਉਹਨਾਂ 'ਤੇ ਕਿਰਪਾ ਕਰਕੇ ਆਪ ਨਾਮ ਜਪਾਇਆ। ਆਪਣਾ ਨਾਮ ਉਹਨਾਂ ਤੋਂ ਆਪ ਹੀ ਜਪਾਉਂਦਾ। ਉਹਨਾਂ ਨੂੰ ਇਤਨੀ ਸੋਝੀ ਦੇ ਦਿੰਦਾ, ਉਹ ਫਿਰ ਮਾੜੀ ਸੰਗਤ ਵਿੱਚ ਨਹੀਂ ਜਾਂਦੇ, ਉਹ ਮਾੜੇ ਬੋਲ ਨਹੀਂ ਬੋਲਦੇ, ਉਹ ਮਾੜੇ ਕੰਮ ਨਹੀਂ ਕਰਦੇ। ਪਰ ਸ਼ਰਤ ਇਹ ਹੈ ਕਿ ਉਹ ਉਹਦੀ ਸ਼ਰਨ ਵਿੱਚ ਆ ਗਏ। ਸੱਚਮੁੱਚ ਉਹਦਾ ਸਿਮਰਨ ਕਰਨ ਵਾਲਿਆਂ ਨੂੰ ਸਾਰੀਆਂ ਤਾਕਤਾਂ, ਸਾਰੀ ਸੋਚ ਬੁੱਧੀ, ਸਾਰਾ ਗਿਆਨ ਧਿਆਨ ਬਖਸ਼ ਦਿੰਦਾ, ਤੇ ਆਪ ਹੀ ਉਹਨਾਂ 'ਤੇ ਕਿਰਪਾ ਕਰਕੇ ਆਪਣਾ ਨਾਮ ਜਪਾਉਂਦਾ ਹੈ। ਹਰ ਕੇ ਦਾਸ ਜੀਵੇ ਲਗ ਪ੍ਰਭ ਕੀ ਚਰਨੀ, ਕੰਠ ਲਗਾਏ ਲੀਏ ਜਿਸ ਠਾਕੁਰ ਸ਼ਰਨੀ। ਬਲ ਬੁੱਧ ਗਿਆਨ ਧਿਆਨ ਆਪਣਾ ਆਪ ਨਾਮ ਜਪਾਇਆ। ਆਪ ਹੀ ਉਹਨਾਂ ਤੋਂ ਫਿਰ ਸਭ ਕੰਮ ਕਰ। ਸਾਧ ਸੰਗਤ ਆਪ ਹੋਵਾ, ਸਾਧ ਸੰਗਤ ਵਿੱਚ ਉਹਨਾਂ ਨੂੰ ਜੋੜ ਦਿੰਦਾ। ਤੇ ਆਪ ਹੋਵਾ ਦਾ ਮਤਲਬ ਹੈ ਆਪਣਾ ਸਰੂਪ ਸਮਝਾ ਦਿੰਦਾ, ਆਪਣੇ ਨਾਲ ਜੋੜ ਲੈਂਦਾ। ਇਹ ਸਾਧ ਸੰਗਤ ਇੱਕ ਵਸੀਲਾ ਹੈ ਸਾਧ। ਹੁਣ ਅਸੀਂ ਲਗਭਗ ਸਾਧ ਸੰਗਤ ਵੱਲੋਂ ਅਵੇਸਲੇ ਹੋ ਗਏ। ਗੁਰਦੁਆਰੇ ਤੇ ਬਹੁਤ ਬਣਾ ਲਏ, ਸੋਨਾ ਸੰਗਮਰਮਰ ਬਣਾ ਲਾ ਲਏ, ਪਰ ਜਦੋਂ ਉੱਥੇ ਜਾਈਦਾ ਤੇ ਸੰਗਤ ਕਰਨ ਵਾਲੇ ਸਰੀਰ ਉਂਗਲਾਂ ਤੇ ਗਿਣੇ ਜਾਣ ਵਾਲੇ ਹੁੰਦੇ। ਅਸੀਂ ਇਹ ਪੱਖ ਤੋਂ ਕਮਜ਼ੋਰ ਹੋ ਗਏ, ਖਿਮਾ ਕਰ। ਵੱਡੇ ਤੋਂ ਵੱਡੇ ਸਥਾਨਾਂ ਤੇ ਜਾ ਕੇ ਜਿੰਨਾ ਰੌਲਾ ਗੌਲਾ ਬਾਹਰ ਹੈ, ਲੰਗਰ ਵਿੱਚ ਹੈ, ਖਾਣ ਪੀਣ ਵਿੱਚ, ਸਾਧ ਸੰਗਤ ਕਰਨ ਵਾਲੇ ਕੋਈ ਨਹੀਂ। ਭਾਈ ਸਾਧ ਸੰਗਤ ਵਿੱਚ ਉਹਦੀ ਸੋਝੀ ਆਉਂਦੀ ਹੈ। ਗੁਰੂ ਨਾਨਕ ਪਾਤਸ਼ਾਹ ਨੇ ਤੇ ਸਾਨੂੰ ਸਾਧ ਸੰਗਤ ਦਿੱਤੀ ਸੀ। ਉਹਨਾਂ ਨੇ ਤੇ ਫਰਮਾਇਆ ਸੀ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਤੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ। ਅਨੇਕਾਂ ਮਨੁੱਖ ਨੇ ਜਿਹੜੇ ਆਪਣੇ ਆਪਣੇ ਘਰਾਂ ਵਿੱਚ ਬਹਿ ਕੇ ਵੀ ਬਾਣੀ ਸੁਣਦੇ ਨੇ, ਵਿਚਾਰਦੇ ਨੇ, ਉਹਨਾਂ ਦਾ ਜੀਵਨ ਬਦਲ ਜਾਂਦਾ। ਅਨੇਕਾਂ ਦੇ ਫੋਨ ਆਉਂਦੇ ਨੇ, ਗਿਆਨੀ ਜੀ ਸਾਡਾ ਜੀਵਨ ਬਦਲ ਗਿਆ ਬਾਣੀ ਸੁਣ ਕੇ। ਸੱਚਮੁੱਚ ਮੈਂ ਤੇ ਕਹਿਣਾ, ਬਾਣੀ ਉਹ ਪਾਰਸ ਹੈ, ਤੇ ਇਹਦੀ ਪਾਰਸ ਕਲਾ ਉਦੋਂ ਪ੍ਰਗਟ ਹੁੰਦੀ ਜਦੋਂ ਕੋਈ ਬਾਣੀ ਨਾਲ ਜੁੜਦਾ ਹੈ। ਸਾਧ ਸੰਗਤ ਆਪ ਹੋਵਾ, ਉਹ ਫਿਰ ਸਾਧ ਸੰਗਤ ਵਿੱਚ ਆਪਣਾ ਆਪ ਪ੍ਰਗਟ ਕਰ ਦਿੰਦਾ, ਸਮਝ ਆ ਜਾਂਦੀ। ਤੇ ਆਪ ਜਗਤ ਤਰਾਇਆ, ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਗਟ ਹੋ ਜਾਂਦਾ, ਉਹਨਾਂ ਨੂੰ ਆਪ ਹੀ ਜਗਤ ਸੰਸਾਰ ਤੋਂ ਉਤਾਰ ਲੈਂਦਾ। ਰਾਖ ਲੀਏ ਰੱਖਣ ਹਾਰੈ, ਸਦਾ ਨਿਰਮਲ ਕਰਨੀ। ਉਹ ਰੱਖਣ ਹਾਰ ਵਾਹਿਗੁਰੂ ਨੇ ਆਪ ਉਹਨਾਂ ਨੂੰ ਰੱਖ ਲਿਆ, ਬਚਾ ਲਿਆ। ਔਰ ਉਹਨਾਂ ਦੀ ਜਿਹੜੀ ਕਰਨੀ ਹੈ
ਉਹ ਸਦਾ ਨਿਰਮਲ ਹੋ ਜਾਂਦਾ। ਉਹਦੇ ਵਿੱਚ ਕੋਈ ਮੈਲਾਪਨ ਆਉਂਦਾ ਹੀ ਨਹੀਂ, ਉਹ ਮੈਲੇ ਪਾਸੇ ਜਾਂਦੇ ਹੀ ਨਹੀਂ। ਨਾਨਕ ਨਰਕ ਨ ਜਾਹਿ ਕਬਹੂ, ਹਰ ਸੰਤ ਹਰ ਕੀ ਸ਼ਰਣੀ। ਨਾਨਕ ਜੀ ਫਰਮਾਉਂਦੇ ਨੇ ਨਰਕ ਨ ਜਾਹਿ ਕਬਹੂ, ਨਰਕ ਦੇ ਕੱਕੇ ਨੂੰ ਸੈਰੀ, ਉਹ ਕਦੇ ਨਰਕ ਵਿੱਚ ਨਹੀਂ ਪੈਂਦੇ। ਕੌਣ? ਹਰ ਸੰਤ ਹਰ ਕੀ ਸ਼ਰਣੀ, ਜਿਹੜੇ ਹਰੀ ਦੇ ਸੰਤ ਹਰੀ ਦੀ ਸ਼ਰਨ ਵਿੱਚ ਰਹਿੰਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।